ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਮੈਂ ਹਾਂ ਨਵਜੀਤ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ। ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕਈ ਦਿਨ ਦੀਆਂ ਚਰਚਾ ਚੱਲਦੀਆਂ ਪਈਆਂ ਸੀ ਕਿ ਜ਼ਮਾਨਤ ਮਿਲ ਵੀ ਸਕਦੀ ਹੈ ਤੇ ਨਹੀਂ ਵੀ। ਸੁਪਰੀਮ ਕੋਰਟ ਦਾ ਅੱਜ ਫੈਸਲਾ ਆਇਆ ਹੈ। ਦੂਸਰੇ ਪਾਸੇ ਪੰਜਾਬ ਵਿੱਚ ਮੁੱਖ ਮੰਤਰੀ ਦੇ ਤੌਰ ਤੇ ਇੱਕ ਹੋਰ ਜਣੇ ਨੇ ਦਾਅਵਾ ਠੋਕਿਆ ਤੇ ਚੋਣ ਕਮਿਸ਼ਨ ਨੇ ਰੈਲੀਆਂ ਨੂੰ ਲੈ ਕੇ ਕੁਝ ਰਾਹਤ ਦਿੱਤੀ ਹੈ। ਖਬਰਾਂ ਹੋਰ ਵੀ ਬਹੁਤ ਸਾਰੀਆਂ ਨੇ। ਪੰਨੂ ਸਾਹਿਬ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ। ਪੰਨੂ ਸਾਹਿਬ, ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਖਬਰ ਆ ਹੀ ਗਈ ਹੈ ਕਿ ਚੋਣਾਂ ਤੱਕ ਗ੍ਰਿਫਤਾਰੀ ਨਹੀਂ ਹੋ ਸਕਦੀ, ਜ਼ਮਾਨਤ ਮਿਲ ਗਈ ਹੈ। ਕਿਵੇਂ ਦੇਖਦੇ ਆ? ਵੈਸੇ ਤੁਸੀਂ ਸਵੇਰ ਦੇ ਪ੍ਰੋਗਰਾਮ ਵਿੱਚ ਇੱਕ ਝਲਕ ਦੇ ਦਿੱਤੀ ਸੀ ਕਿ ਹੋ ਸਕਦਾ ਰੋਕ ਲੱਗ ਜਾਵੇ। ਨਵਜੀਤ ਜੀ, ਮੇਰੀ ਇੰਨੀ ਪਹੁੰਚ ਨਹੀਂ ਕਿ ਮੈਂ ਸੁਪਰੀਮ ਕੋਰਟ ਦੇ ਜੱਜਾਂ ਨਾਲ ਗੱਲ ਕਰ ਸਕਾਂ ਜੀ। ਮੇਰੀ ਸਵੇਰ ਦੀ ਜਿਹੜੀ ਗੱਲਬਾਤ ਸੀ ਉਹ ਪੰਜਾਬੀ ਦੀ ਸੀ ਤੇ ਮੈਨੂੰ ਨਹੀਂ ਪਤਾ ਕਿ ਸੁਪਰੀਮ ਕੋਰਟ ਦੇ ਜੱਜਾਂ 'ਚੋਂ ਕਿਸੇ ਨੂੰ ਪੰਜਾਬੀ ਆਉਂਦੀ, ਇਸ ਕਰਕੇ ਇਹ ਵੀ ਨਹੀਂ ਕਹਿ ਸਕਦੇ ਕਿ ਉਹਨਾਂ ਉਹ ਸੁਣਿਆ ਹੋਵੇ ਜੀ। ਪਰ ਜਿਹੜੀਆਂ ਗੱਲਾਂ ਮੈਂ ਆਖੀਆਂ ਸੀ ਉਹ ਗੱਲਾਂ ਉੱਥੇ ਚਰਚਾ ਦੇ ਵਿੱਚ ਆਈਆਂ ਨੇ। ਉੱਥੇ ਜੱਜ ਸਾਹਿਬਾਨ ਨੇ ਵੀ ਆਖਿਆ ਕਿ ਤੁਸੀਂ ਇਹਨਾਂ ਕੇਸਾਂ ਨੂੰ ਪੋਲੀਟੀਕਲਾਈਜ਼ ਕਰੀ ਜਾਂਦੇ ਹੋ। ਪੰਜਾਬ ਸਰਕਾਰ ਦੇ ਵਕੀਲ ਨੂੰ ਆਖਿਆ ਕਿ ਤੁਸੀਂ ਆਪਣੀ ਸਰਕਾਰ ਨੂੰ ਜਾ ਕੇ ਕਹੋ ਕਿ ਲੋਕਤੰਤਰ ਹੈ, ਲੋਕਾਂ ਨੂੰ ਕਾਗਜ਼ ਤਾਂ ਦਾਖਲ ਕਰਾਉਣ ਦਿਓ ਜੀ। ਇਹ ਜਿਹੜਾ ਕੰਮ ਹੋਇਆ ਕਿ 4.5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਨਹੀਂ, ਅੱਜ ਇਹ ਸਾਰੇ ਜਾਣੇ ਕੈਪਟਨ ਅਮਰਿੰਦਰ ਸਿੰਘ ਨੂੰ ਭੰਡਦੇ ਆ। 4.5 ਸਾਲ ਕਰਦੇ ਕੀ ਪਏ ਸੀ? ਜਿਹੜਾ ਕੁਪੱਤ ਇਹਨਾਂ ਨੇ ਆ ਕੇ ਬਿਲਕੁਲ ਅਖੀਰ ਤੇ ਕੀਤਾ ਤੇ ਉਹਨੂੰ ਲਾਇਆ। ਇਹੋ ਕੁਪੱਤ ਸਾਲ ਪਹਿਲਾਂ ਕਰ ਲੈਂਦੇ, 6 ਮਹੀਨੇ ਪਹਿਲਾਂ ਕਰ ਲੈਂਦੇ, ਫਿਰ ਕੁਝ ਕੰਮ ਕਰਕੇ ਵਿਖਾ ਲੈਂਦੇ ਜੀ। ਇਹਨਾਂ ਨੇ ਉਦੋਂ ਕੀਤਾ ਨਹੀਂ ਜਦੋਂ ਕਰਨ ਦੀ ਲੋੜ ਸੀ, ਤੇ ਜਦੋਂ ਸਮਾਂ ਨਾ ਰਹਿ ਗਿਆ ਉਦੋਂ ਪਿੰਡ ਲਾਗੇ ਜਾ ਕੇ ਤੇ ਜੁੱਤੀ ਲਾ ਕੇ ਦੌੜ ਪਏ। ਉਹ 'ਚੋਂ ਨਿਕਲਣਾ ਕੀ ਸੀ? ਇਹ ਸਾਰੀ ਦੁਨੀਆ ਜਾਣਦੀ ਹੈ ਕਿ ਭਾਰਤ ਵਿੱਚ ਲੋਕਤੰਤਰ ਜਿਹੜਾ, ਇਹਦੇ ਵਿੱਚ ਚੁਣੀ ਹੋਈ ਸਰਕਾਰ ਦਾ ਜਿਹੜਾ ਆਖਰੀ ਸਾਲ ਹੋਵੇ ਉਹਦੇ ਵਿੱਚ ਵੀ ਪਹਿਲੇ 3 ਮਹੀਨੇ ਸਰਕਾਰ ਕੰਮ ਕਰ ਸਕਦੀ ਹੈ, ਮੁੜ ਕੇ ਤੋਰ ਮੱਠੀ ਪੈ ਜਾਂਦੀ ਹੈ, ਸਰਕਾਰੀ ਮਸ਼ੀਨਰੀ ਉਹਦੇ 'ਤੇ ਕੰਮ ਕਰਨਾ ਬੰਦ ਕਰ ਦਿੰਦੀ ਹੈ ਜੀ। ਅਖੀਰਲੇ 6 ਮਹੀਨੇ ਇਹੋ ਜਿਹੇ ਹੁੰਦੇ ਆ ਜਦੋਂ ਬਹੁਤ ਘੱਟ ਕਹਿਣਾ ਮੰਨਦੇ ਆ, ਤੇ ਜਦੋਂ 4 ਮਹੀਨੇ ਰਹਿ ਜਾਣ ਉਦੋਂ ਤੇ ਅਫਸਰ ਅੱਗੋਂ ਅੱਖਾਂ ਵਿਖਾਉਣ ਲੱਗ ਪੈਂਦੇ ਆ ਤੇ ਬਾਹਰ ਫਿਰਦੇ ਲੀਡਰਾਂ ਦੇ ਚਿਹਰੇ ਵੇਖ ਵੇਖ ਕੇ ਅੰਦਾਜ਼ਾ ਲਾਉਣ ਲੱਗ ਪੈਂਦੇ ਆ ਕਿ ਕੱਲ੍ਹ ਨੂੰ ਕਿਤੇ ਆ ਤਾਂ ਨਹੀਂ ਆ ਜਾਊਗਾ। ਐਵੇਂ ਇਹਦੇ ਨਾਲ ਆਪਾਂ ਰਿੜਕਾ ਨਾ ਪਈਏ, ਜੇ ਆ ਗਿਆ ਤੇ ਮੁੜ ਕੇ ਮੈਂ ਪੁੱਛਾਂ ਚਕਾਈ ਫਿਰੂਗਾ, ਚੱਲ ਬਿਸਤਰਾ ਲੈ ਜਾ ਸੰਗਰੂਰ ਤੇ ਚੱਲ ਬਿਸਤਰਾ ਲੈ ਜਾ ਪਠਾਨਕੋਟ, ਹੁਣ ਤੂੰ ਫਾਜ਼ਿਲਕਾ ਚੱਲ ਜਾ ਤੇ ਭਲਕੇ ਤੂੰ ਰੋਪੜ ਚੱਲ ਜਾ, ਸਾਰੇ ਪੰਜਾਬ ਦੇ ਵਿੱਚ ਭਜਾਈ ਫਿਰੂ। ਇਸ ਕਰਕੇ ਅਫਸਰ ਅਖੀਰਲੇ ਮਹੀਨਿਆਂ 'ਚ ਜਾ ਕੇ ਕੰਮ ਨਹੀਂ ਕਰਦੇ ਹੁੰਦੇ। ਹੁਣ ਆਹ ਜਿਹੜੀ ਸਰਕਾਰ ਆ ਬਾਹਰ ਇਹ ਜਨਤਕ ਤੌਰ 'ਤੇ ਨਹੀਂ ਮੰਨਣਗੇ, ਪਰ ਸਾਡੇ ਕੋਲ ਰਿਪੋਰਟਾਂ ਨੇ ਕਿ ਅੰਦਰ ਬਿਠਾ ਕੇ ਅਫਸਰਾਂ ਨੂੰ ਆਖਿਆ ਗਿਆ, ਜਿਹੜੇ 1-2 ਅਫਸਰ ਇਹਨਾਂ ਦੇ ਜ਼ਿਆਦਾ ਨੇੜ ਵਾਲੇ ਸੀ ਜਾਂ ਜਿਨ੍ਹਾਂ ਦੇ ਮਨ 'ਚ ਇੱਛਾ ਸੀ ਕਿ ਮੈਨੂੰ ਫਲਾਨੀ ਕੁਰਸੀ ਮਿਲ ਜਾਵੇ, ਜਾਂ ਜਿਨ੍ਹਾਂ ਦੀ ਅਕਾਲੀਆਂ ਦੇ ਨਾਲ, ਖਾਸ ਕਰਕੇ ਮਜੀਠੀਆ ਦੇ ਨਾਲ, ਬਿਕਰਮ ਸਿੰਘ ਦੇ ਨਾਲ ਕੋਈ ਨਿੱਜੀ ਵਿਰੋਧਤਾ ਸੀ, ਉਹਨਾਂ ਨੇ ਤਾਂ ਆਖਿਆ ਸੀ ਕਰਦੇ। ਬਾਕੀ ਅਫਸਰ ਲਾਗੇ ਬੈਠੇ ਆਖੀ ਜਾਂਦੇ ਸੀ ਅਸੀਂ ਨਹੀਂ ਕਰਨਾ, ਤੁਸੀਂ ਸਾਡੀ ਬਦਲੀ ਕਰਨੀ ਕਰ ਦਿਓ। ਇਹ ਵੀ ਸੁਣਨ ਵਿੱਚ ਆਇਆ ਕਿ ਉਹਨੂੰ ਇੱਥੋਂ ਤੱਕ ਆਖਿਆ ਗਿਆ ਕਿ ਤੂੰ ਇੰਨਾ ਕੰਮ ਕਰਦੇ, ਛੋਟਾ ਜਿਹਾ ਕੰਮ ਕਰਦੇ, ਕੱਲ੍ਹ ਸਵੇਰੇ ਫਲਾਣੀ ਮਲਾਈਦਾਰ ਪੋਸਟ ਦੇ ਉੱਤੇ ਜਾ ਕੇ ਤੂੰ ਚਾਰਜ ਲੈ ਲਾ। ਤੇ ਅਫਸਰਾਂ ਨੇ ਆਖਿਆ ਜੀ ਤੁਸੀਂ ਆ ਵੀ ਚਾਰਜ ਖੋਲ੍ਹੋ, ਮੈਂ ਨਹੀਂ ਕਰਦਾ ਜੀ। ਇਹ ਗੱਲਾਂ ਜਿੰਨੀਆਂ ਅੰਦਰ ਹੁੰਦੀਆਂ ਰਹੀਆਂ, ਅੱਧੀ ਰਾਤ ਨੂੰ ਹੁੰਦੀਆਂ ਰਹੀਆਂ, ਵਕੀਲਾਂ ਨੂੰ ਬਿਠਾ ਕੇ ਤੇ ਅਫਸਰਾਂ ਨੂੰ ਬਿਠਾ ਕੇ ਹੁੰਦੀਆਂ ਰਹੀਆਂ। ਕੱਲੀ ਗੱਲ ਤਾਂ ਇਹਨਾਂ ਦੀ ਬਾਹਰ ਆਉਂਦੀ ਪਈ ਆ। ਮਾਫ਼ ਕਰਨਾ ਹੈ, ਬਹੁਤੇ ਆਪਣੇ ਆਪ ਨੂੰ ਸਿਆਣੇ ਨਾ ਸਮਝਣ, ਇਹਨਾਂ ਦੀਆਂ ਅੰਦਰ ਹੋਈਆਂ ਗੱਲਾਂ ਦੀਆਂ ਵੀਡੀਓ ਬਾਹਰ ਆ ਚੁੱਕੀਆਂ ਨੇ ਜੀ। ਲੋਕੀ ਅਜੇ ਕੱਢ ਨਹੀਂ ਰਹੇ। ਆ ਚੋਣਾਂ ਚੱਲਦੀਆਂ ਚਾਉਣੀਆਂ ਕਿ ਅੰਦਰ ਕਿਹੜੇ ਮੰਤਰੀ ਨੇ ਕਿਹਨੂੰ ਕੀ ਆਖਿਆ, ਬੜੀਆਂ ਗੱਲਾਂ ਬਾਹਰ ਆ ਗਈਆਂ ਨੇ। ਇਹ ਜਿਹੜੀਆਂ ਕਹਾਣੀਆਂ ਨੇ ਇਹਨਾਂ 'ਚ ਇਹਨਾਂ ਨੇ ਆਪਣੀ ਬੇਇੱਜ਼ਤੀ ਬਦੋ-ਬਦੀ ਕਰਵਾਈ ਹੈ, ਔਰ ਸਭ ਤੋਂ ਵੱਧ ਜ਼ੋਰ ਲਾਇਆ ਸੀ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਕਰਨ ਵਾਸਤੇ ਨਵਜੋਤ ਸਿੰਘ ਸਿੱਧੂ ਨੇ, ਤੇ ਸਭ ਤੋਂ ਵੱਡਾ ਬਿਕਰਮ ਸਿੰਘ ਮਜੀਠੀਆ ਦਾ ਦੋਸਤ ਸਾਬਤ ਹੋਇਆ ਨਵਜੋਤ ਸਿੰਘ ਸਿੱਧੂ ਜੀ। ਉਹ ਇਸ ਕਰਕੇ ਕਿ ਉਹ ਰੋਜ਼ ਜਿਹੜਾ ਆਖੀ ਜਾਂਦਾ ਹੈ ਲੰਬੂ ਨੂੰ ਮੈਂ ਦਊਂ ਅੰਦਰ 6 ਫੁੱਟ 4 ਇੰਚ ਐਡਾ ਬਸ ਗਿਆ, ਇਹ ਨਾ ਰਿਹਾ ਬਾਹਰ। ਇਹ ਸਰਕਾਰ ਕੱਖ ਨਹੀਂ ਕਰਦੀ, ਪੁਲਿਸ ਕੱਖ ਨਹੀਂ ਕਰਦੀ। ਮੈਂ ਆਖਿਆ ਮੈਂ ਕਰਾਊਂ, ਮੈਂ ਬਦਲਾ ਤੱਕ ਨਹੀਂ DGP, ਮੈਂ ਕਰਵਾ ਤੱਕ ਨਹੀਂ ਨਵੇਂ DGP ਤੋਂ ਕੇਸ ਦਰਜ।
ਮੈਂ ਕਰਵਾਤਾ ਕਿ ਨਹੀਂ, ਐਡਵੋਕੇਟ ਜਨਰਲ ਬਤਾਤਾ, ਮੈਂ ਆਖਿਆ ਇਹਨੂੰ ਨਹੀਂ ਛੱਡਣਾ। ਜੀ ਅੱਜ ਜਿੰਨਾ ਉਹ ਕਹਿੰਦਾ ਗਿਆ, ਮੈਂ ਉਦੋਂ ਤੋਂ ਬਾਰ-ਬਾਰ ਕਹਿੰਦਾ ਸਾਂ, ਨਵਜੋਤ ਸਿੰਘ ਸਿੱਧੂ ਦੀ ਨੀਤ ਕੁਛ ਵੀ ਹੋਵੇ, ਨੀਤੀ ਉਹਦੀ ਸਿਰੇ ਦੀ ਗਲਤ ਹੈ। ਜੋ ਕੁਝ ਤੂੰ ਆਖਣਾ, ਤੂੰ ਮੂੰਹ ਪਾੜ ਕੇ ਕਿਉਂ ਕਹਿ ਰਿਹਾ? ਤੂੰ ਹਰ ਗੱਲ ਵਾਰ-ਵਾਰ ਕਹੀ ਜਾਂਦਾ ਸੀ, ਔਰ ਮੈਂ ਕਈ ਵਾਰੀ ਆਪਣੇ ਪ੍ਰੋਗਰਾਮਾਂ 'ਚ ਆਖਿਆ ਕਿ ਇਹਦੀਆਂ ਇਹੋ ਗੱਲਾਂ ਜਾ ਕੇ ਅਦਾਲਤ ਵਿੱਚ ਇਹਦੇ ਖਿਲਾਫ ਤੇ ਮਜੀਠੀਆ ਦੇ ਪੱਖ 'ਚ ਭੁਗਤਣੀਆਂ, ਉਹਨਾਂ ਜਾ ਕੇ ਇਹਦੀਆਂ ਵੀਡੀਓ ਵੀ ਪੇਸ਼ ਕਰਨੀਆਂ, ਇਹਦੇ ਬਿਆਨ ਵੀ ਲਿਖਤੀ ਅਖਬਾਰਾਂ 'ਚ ਵੀ ਪੇਸ਼ ਕਰਨੇ ਆ ਕਿ ਆਹ ਵੇਖੋ ਜੀ, ਇਹ ਬੰਦਾ ਕਹਿੰਦਾ ਸੀ ਕੋਈ ਕੁਛ ਕਰਦਾ ਨਹੀਂ, ਮੈਂ ਤੁਹਾਨੂੰ ਆਖਿਆ ਹੀ ਨਾ, ਮੈਂ ਇਹਨੂੰ ਜੇਲ੍ਹ 'ਚ ਘੱਲੂੰਗਾ ਹੀ ਘੱਲੂੰਗਾ। ਜੀ ਉੱਥੇ ਅਦਾਲਤ ਕੀ ਆਖੂਗੀ ਵੀ ਕੇਸ ਹੁਣ ਪੋਲੀਟੀਕਲਾਈਜ਼ ਹੋ ਗਿਆ। ਐਨ ਉਹ ਕੁਝ ਹੋਇਆ। ਅੱਗੇ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੇ ਮਾਮਲੇ 'ਚ ਜਿਹੜੇ ਹੱਥ ਛੁਡਵਾਏ ਸੀਗੇ, ਉਹ ਚੇਤਾ ਭੁੱਲ ਗਿਆ ਸੀ। ਹੁਣ ਨਵੇਂ ਸਿਰੇ ਹੱਥ ਛੁਡਵਾਉਣ ਦੀ ਲੋੜ ਸੀ। ਸੁਪਰੀਮ ਕੋਰਟ ਵਿੱਚ ਜਾ ਕੇ ਉਹੋ ਹੀ ਝਾੜਾਂ ਖਾਧੀਆਂ ਨੇ, ਉਹੋ ਹੀ ਬੇਇੱਜ਼ਤੀ ਕਰਾਈ ਹੈ। ਹੁਣ ਬਿਕਰਮ ਸਿੰਘ ਮਜੀਠੀਆ ਅਗਲੇ ਜਿਹੜੇ ਦਿਨ ਇਹਦੇ ਕੋਲ ਮਿਲ ਗਏ ਨੇ 20, ਇਹਨਾਂ 20 ਚੋਂ 18 ਦਿਨ ਤੇ ਚੋਣ ਪ੍ਰਚਾਰ ਚੱਲਣਾ ਹੀ ਚੱਲਣਾ। ਅਖੀਰਲਾ 1.5 ਦਿਨ ਜਿਹੜਾ ਉਹ ਚੋਣ ਪ੍ਰਚਾਰ ਨਹੀਂ, ਪਰ ਘਰ ਘਰ ਕੰਨੋਂ ਕੰਨੀ ਸੋਸ਼ਲ ਮੀਡੀਆ ਵਾਲੀਆਂ ਗੱਲਾਂ ਤੇ ਹੋਣੀਆਂ ਨੇ ਨਾ। ਉਹ ਰੱਜ ਕੇ ਇਹਨਾਂ ਦੇ ਖਿਲਾਫ ਪ੍ਰਚਾਰ ਕਰੂਗਾ। ਜਿਹੜੇ ਹਿੱਕ ਤੇ ਹੱਥ ਮਾਰ ਕੇ ਕਹਿੰਦੇ ਸੀ ਕਰਤਾ ਅੰਦਰ, ਕਰ ਦੇਣਾ ਅੰਦਰ, ਉਹ ਜਿੱਦਣ ਉਹਦੀ ਹਾਈ ਕੋਰਟ ਤੋਂ ਜ਼ਮਾਨਤ ਹੋਈ ਸੀ, ਉਦੋਂ ਹੀ ਕਹਿਣ ਲੱਗ ਪਏ ਸੀ ਕੇਸ ਸਬ ਜੁਡਿਸ ਹੋ ਗਿਆ, ਅਸੀਂ ਉੱਤੇ ਬੋਲਣਾ ਨਹੀਂ। ਜੀ ਹੁਣ ਕੀ ਕਹਿਣਗੇ, ਡਬਲ ਸਬ ਜੁਡਿਸ ਹੋ ਗਿਆ। ਉਹ ਇਹਨਾਂ ਨੇ ਆਪ ਕੇਸ ਸਾਰਾ ਖਰਾਬ ਕੀਤਾ। ਇੱਕ ਲਾਹੌਰੀਆਂ 'ਚ ਮੁਹਾਵਰਾ ਕਿ ਬੇਵਕੂਫ ਦੀ ਬਰਾਤੇ ਨਹੀਂ ਜਾਈਦਾ, ਕਿਸੇ ਅਕਲਮੰਦ ਦੀ ਅਰਥੀ ਹੋਵੇ ਤੇ ਉਹਦੇ ਮਗਰ ਚੱਲ ਜਾਣਾ ਚੰਗਾ ਹੁੰਦਾ। ਜੀ ਇਹਨਾਂ ਨੇ ਸਾਰਾ ਕੁਝ ਜੋ ਕੀਤਾ ਉਹ ਸੀ ਜੋ ਬੇਵਕੂਫਾਂ ਦੀ ਬਰਾਤ 'ਚ ਹੋ ਸਕਦਾ, ਔਰ ਇਹਨਾਂ ਕੀਤੀ ਕਤਰੀ ਆਪਣੀ ਤੇ ਖੂਹ ਦੇ ਸਾਰੀ ਖੇਹ ਪਾ ਲਈ ਹੈ। ਤੇ ਹੁਣ ਇੱਕ ਦੂਸਰੇ ਨੂੰ ਕਹਿਣਗੇ ਤੂੰ ਮਰਵਾਤਾ, ਤੂੰ ਮਰਵਾਤਾ, ਤੂੰ ਮਰਵਾਤਾ। ਪਰ ਸਾਡਾ ਕੰਮ ਤਾਂ ਹੈਗਾ ਚਰਚਾ ਕਰਨਾ, ਖਬਰ ਦੇ ਹਿਸਾਬ ਨਾਲ ਚਰਚਾ ਕਰੀਦੀ ਆ। ਲੋਕ ਕੁਝ ਕਮੈਂਟ ਇਦਾਂ ਦੇ ਕਰ ਦਿੰਦੇ ਆ ਕਿ ਤੁਸੀਂ ਫਲਾਣੇ ਬੰਦੇ ਬਾਰੇ ਗੱਲ ਕਰਦੇ ਆ। ਇਹ ਦੇਖੋ, ਉਹ ਲੋਕਾਂ ਨੂੰ ਕਹੀ ਜਾਣ ਦਿਓ, ਉਹਦਾ ਕੋਈ ਇੱਕੋ ਡਾਇਲਾਗ ਹੈਗਾ ਵਾ ਟੀਵੀ ਦਾ, ਕੁਛ ਤੋਂ ਕਹੇਂਗੇ ਲੋਗ, ਲੋਗੋਂ ਕਾ ਕੰਮ ਹੈ ਕਹਿਣਾ। ਅੱਛਾ, ਉਹ ਤਾਂ ਇੱਕ ਦਿਨ ਇਹ ਵੀ ਕਿਸੇ ਨੇ ਕਿਹਾ ਸੀ, ਨਵਜੀਤ ਸਿੰਘ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਤੁਸੀਂ ਸਤਿ ਸ਼੍ਰੀ ਅਕਾਲ ਦਾ ਜਵਾਬ ਨਹੀਂ ਦਿੱਤਾ। ਤੇ ਇੱਕ ਦਿਨ ਕਿਸੇ ਨੇ ਇਹ ਲਿਖਦਾ ਸੀ ਕਿ ਨਵਜੀਤ ਸਿੰਘ ਨੇ ਸਤਿ ਸ਼੍ਰੀ ਅਕਾਲ ਬੁਲਾਈ ਨਹੀਂ, ਤੁਸੀਂ ਆਪੇ ਹੀ ਬੁਲਾਈ ਜਾਂਦੇ ਆ। ਹੁਣ ਮੈਂ ਕੀ ਇਹਨਾਂ ਗੱਲਾਂ ਤੁਸੀਂ ਛੱਡੋ। ਸਾਡਾ ਕੰਮ ਜੋ ਆ, ਅਸੀਂ ਬਿਕਰਮ ਸਿੰਘ ਮਜੀਠੀਆ, ਸੁਖਬੀਰ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਇਹ ਭਾਵੇਂ ਬੀਜੇਪੀ ਵਾਲੇ ਹੋਣ, ਨਰਿੰਦਰ ਮੋਦੀ, ਇੱਕ ਬੰਦਾ ਰੋਜ਼ ਹੀ ਕਮੈਂਟਸ ਲਿਖਦਾ ਤੁਸੀਂ ਤਾਂ ਨਰਿੰਦਰ ਮੋਦੀ ਦੇ ਬਹੁਤ ਖਿਲਾਫ ਸੀ, ਤੁਸੀਂ ਨਿੱਜੀ ਤੌਰ 'ਤੇ ਖਿਲਾਫ ਸੀ। ਮੈਂ ਉਹ ਤੋਂ ਕੀ ਲੈਣਾ ਨਰਿੰਦਰ ਮੋਦੀ ਤੋਂ, ਮੇਰੇ ਤੇ ਉਹਦੇ ਨਾਲ ਕੋਈ 57 ਨਹੀਂ ਹੋਈ। ਪਰ ਉਹ ਜੋ ਉਹ ਲਿਖਦੇ ਉਹ ਲਿਖੀ ਜਾਣ ਦਿਓ। ਸਾਡਾ ਮਕਸਦ ਇਹ ਹੈ ਕਿ ਜੋ ਸੱਚਾਈ ਹੈ ਉਹ ਲੋਕਾਂ ਸਾਹਮਣੇ ਰੱਖੀ ਜਾਈਏ। ਅਸਲੀਅਤ ਇਹ ਹੈ ਕਿ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਸੀ ਕਿ ਜਿਹੜੇ ਢੰਗ ਨਾਲ ਪੰਜਾਬ ਸਰਕਾਰ ਇਸ ਕੇਸ ਨੂੰ ਹੈਂਡਲ ਕਰ ਰਹੀ ਆ, ਸੰਭਾਲ ਰਹੀ ਆ, ਇਹਨੇ ਸਾਰਾ ਕੁਝ ਖਰਾਬ ਕਰ ਲੈਣਾ ਤੇ ਕਰ ਲਿਆ। ਹੁਣ ਇਹ ਪ੍ਰਤੱਖ ਨੂੰ ਪ੍ਰਮਾਣ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਇਹ ਸੁਪਰੀਮ ਕੋਰਟ ਦਾ ਦਰਵਾਜ਼ਾ ਚੱਟ ਕੇ ਮੁੜਾ, ਇਹ ਫਰਕ ਹੀ ਪਿਆ ਜੋ ਕਹਿੰਦਾ ਕਹੀ ਜਾਵੇ। ਪਰ ਸਭ ਅਗਲੀ ਗੱਲ ਕਰਦੇ ਆ, ਪ੍ਰਤਾਪ ਸਿੰਘ ਬਾਜਵਾ ਫਿਰ ਚਰਚਾ ਵਿੱਚ ਹੈ। ਵੈਸੇ ਤਾਂ ਪੰਜਾਬ ਵਿੱਚ ਕਈ ਚਿਹਰੇ ਇਸ ਤਰ੍ਹਾਂ ਦੇ ਆ ਜਿਹੜੇ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਤੌਰ 'ਤੇ ਦੇਖਦੇ ਆ। ਹੁਣ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਜੇਕਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਸਕਦੇ ਆ ਤਾਂ ਮੈਂ ਕਿਉਂ ਨਹੀਂ। ਇੱਕ ਵੱਖਰੀ ਤਰ੍ਹਾਂ ਦੀ ਚਰਚਾ ਛੇੜ ਦਿੱਤੀ ਹੈ ਕਹਿ ਕੇ ਵੀ ਉਹ ਠੀਕ ਕਹਿੰਦੇ ਆ। ਕੱਲ੍ਹ ਨੂੰ ਵਿਧਾਇਕਾਂ ਦੇ ਵਿੱਚੋਂ ਬਹੁਤ ਸੰਮਤੀ ਕਿਹਦੇ ਨਾਲ ਖਲੋਣੀ, ਕਿਹਦੇ ਨਾਲ ਨਹੀਂ। ਇੱਥੇ ਕਈ ਇਹੋ ਜਿਹੇ ਬੰਦੇ ਵੀ ਮੁੱਖ ਮੰਤਰੀ ਬਣ ਜਾਂਦੇ ਰਹੇ ਜਿਨ੍ਹਾਂ ਦੇ ਬਾਰੇ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀ। 1967 ਦੇ ਵਿੱਚ ਪਹਿਲੀ ਗੈਰ ਕਾਂਗਰਸੀ ਸਰਕਾਰ ਜਦੋਂ ਬਣੀ ਆ, ਉਹਦੇ ਤੋਂ ਪਹਿਲਾਂ ਇੱਕ ਮੌਕਾ ਇਹੋ ਜਿਹਾ ਆਇਆ ਸੀ, ਨਵਾਂ ਪੰਜਾਬ ਵੱਖਰਾ ਹੋਇਆ ਸੀ, ਹਰਿਆਣਾ ਵੱਖਰਾ ਹੋਇਆ ਸੀ। ਇੱਥੇ ਕਾਂਗਰਸੀਆਂ ਦੇ ਦੋ ਧੜਿਆਂ ਦੇ ਵਿੱਚ ਲੜਾਈ ਬਹੁਤ ਵੱਧ ਗਈ। ਉਹ ਆਖੜੇ ਸੀ ਨਹੀਂ ਬਣ ਦੇਣਾ, ਉਹ ਆਖੜੇ ਨਹੀਂ ਬਣ ਦੇਣਾ। ਕਾਮਰੇਡ ਰਾਮ ਕ੍ਰਿਸ਼ਨ ਹੈ, ਉਹ ਕਾਂਗਰਸੀ ਸੀ, ਉਹਨੂੰ ਕਾਮਰੇਡ ਇਸ ਕਰਕੇ ਕਹਿੰਦੇ ਸੀ ਕਿ ਉਹ ਮਜ਼ਦੂਰਾਂ ਦੀ ਲੀਡਰੀ ਕਰਦਾ ਆਇਆ ਸੀ। ਹੁਣ ਸਾਰੇ ਤਾਂ ਕਾਮਰੇਡ ਕਹਿੰਦੇ ਸੀ। ਉਹ ਇਕੱਲਾ ਫਿਰਦਾ ਸੀ, ਨਾ ਉਸ ਧੜੇ 'ਚ ਨਾ ਉਸ ਧੜੇ 'ਚ। ਉਹਨਾਂ ਨੇ ਵੀ ਕਹਿੰਦਾ ਯਾਰ ਕੀ ਕਰਦੇ, ਉਹਨਾਂ ਨੂੰ ਕਿਹਾ ਯਾਰ ਤੁਸੀਂ ਕੀ ਕਰਦੇ ਆ। ਇੱਕ ਧੜਿਆਂ ਨੇ ਆਖਤਾ ਉਹਨਾਂ ਨੂੰ ਨਹੀਂ ਬਣ ਦੇਣਾ, ਆਪਾਂ ਭਾਵੇਂ ਕਾਮਰੇਡ ਰਾਮ ਕ੍ਰਿਸ਼ਨ ਨੂੰ ਬਣਾ ਦਿਓ। ਤੇ ਦੂਜੇ ਕਹਿੰਦੇ ਸਾਨੂੰ ਵੀ ਕੋਈ ਫਰਕ ਨਹੀਂ, ਇਹ ਨਹੀਂ ਬਣਦੇ ਭਾਵੇਂ ਦੋਵੇਂ ਧੜੇ, ਕਾਮਰੇਡ ਰਾਮ ਕ੍ਰਿਸ਼ਨ ਵਿਚਾਲੇ ਇਕੱਲਾ ਤੇ ਕਾਂਗਰਸ ਦੇ ਦੋ ਧੜਿਆਂ ਨੇ ਉਹਨੂੰ ਮੁੱਖ ਮੰਤਰੀ ਮੰਨ ਲਿਆ ਸੀ। ਇਕੱਲਾ ਬੰਦਾ, ਉਹਦੇ ਨਾਲ ਦੂਸਰਾ ਕੋਈ ਨਹੀਂ ਸੀ, ਆਪਣੇ ਆਪ 'ਚ ਸੀ। ਹੁਣ ਅੱਜ ਦੀ ਸਥਿਤੀ 'ਚ ਜਿੱਦਣ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ, ਇੱਥੇ ਤੇ ਕਈਆਂ ਹੋਰ ਨਾਮ ਬੋਲਦੇ ਸੀ। ਸਭ ਤੋਂ ਪਹਿਲਾਂ ਨਾਮ ਬੋਲਦਾ ਹੈ ਨਵਜੋਤ ਸਿੰਘ ਸਿੱਧੂ ਦਾ, ਬਣਿਆ, ਉਹ ਬਣ ਨਹੀਂ ਸਕਿਆ। ਦੂਜਾ ਨਾਮ ਬੋਲਦਾ ਹੈ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਦਾ, ਉਹ ਬਣਿਆ ਨਹੀਂ। ਤੀਸਰਾ ਬੋਲਦਾ ਸੀ ਸੁਨੀਲ ਜਾਖੜ ਦਾ, ਉਹ ਬਣਿਆ ਨਹੀਂ। ਬੀਬੀ ਅੰਬਿਕਾ ਸੋਨੀ ਨੂੰ ਆਖਿਆ, ਉਹਨੇ ਆਪ ਨਾ ਕਰਤੀ।
ਸੁਖਜਿੰਦਰ ਸਿੰਘ ਰੰਧਾਵੇ ਨੂੰ ਆਖਿਆ, ਨਵਜੋਤ ਸਿੰਘ ਸਿੱਧੂ ਨੇ ਰਿਕਾਰਡ ਪਾਤਾ, ਇਹ ਨਹੀਂ ਬਣ ਦੇਣਾ। ਫਿਰ ਨਤੀਜਾ ਕੀ ਨਿਕਲਿਆ? ਕਹਿੰਦੇ ਚਲੋ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿਓ। ਚੰਨੀ ਨੂੰ ਪੁੱਛਿਆ ਤੂੰ ਬਣੇਗਾ ਮੁੱਖ ਮੰਤਰੀ? ਤੇ ਕਹਿੰਦਾ ਹੋਰ ਕੀ ਚਾਹੀਦਾ, ਲਿਆਓ। ਉਹ ਬਣ ਗਿਆ। ਅੱਛਾ, ਇੱਦਾਂ ਕਦੇ ਕਦੇ ਬਣ ਜਾਂਦੇ ਹੁੰਦੇ ਆ। ਹੁਣ ਅਗਲੀ ਵਾਰੀ ਕੀ ਪਤਾ, ਜਿਹਦਾ 5 ਸਾਲ ਰੌਲਾ ਪੈਂਦਾ ਰਿਹਾ, ਵਜੀਫੇ ਬੱਚਿਆਂ ਦੇ ਖਾ ਗਿਆ, ਇਹ ਹੋ ਗਿਆ ਉਹ ਹੋ ਗਿਆ, ਜੇ ਅਗਲੀ ਵਾਰੀ ਸਾਧੂ ਸੋ ਧਰਮ ਸੋਧੀ ਬਣ ਗਿਆ ਤਾਂ ਫਿਰ ਕੀ ਬਣੂਗਾ? ਇਹ ਪ੍ਰਤਾਪ ਸਿੰਘ ਬਾਜਵਾ, ਇਹ ਨਾ ਆਖੋ ਵੀ ਉਹ ਮੁੱਖ ਮੰਤਰੀ ਬਣਨ ਦਾ ਦਾਅਵਾ ਕਰਦਾ। ਇੱਥੇ ਜਿੰਨੇ ਜਾਣੇ ਆ ਨਾ, ਇਹ ਸਾਰੇ ਦੇ ਸਾਰੇ ਕਾਂਗਰਸੀ ਕਲਗੀ ਲਵਾਉਣ ਨੂੰ ਤਿਆਰ ਨੇ। ਪਰ ਸਵਾਲ ਇਹ ਆ ਕਿ ਕਲਗੀ ਲਾਉਣ ਵਾਲਾ ਦਿਨ ਇਹਨਾਂ ਨੂੰ ਨਸੀਬ ਹੋਊਗਾ? ਇਸ ਵੇਲੇ ਤੇ ਜਿਹੜੀ ਹਾਲਤ ਹੈ ਕਿ ਇਹ ਸਾਰੇ ਦੇ ਸਾਰੇ ਦੂਜੀਆਂ ਵਿਰੋਧੀ ਪਾਰਟੀਆਂ ਲੜਨ ਦੇ ਬਜਾਏ ਆਪੋ 'ਚ ਲੜੀ ਜਾਂਦੇ ਆ। ਅਕਾਲੀਆਂ 'ਚ ਕੋਈ ਇੱਕ ਦੂਸਰੇ ਦੇ ਖਿਲਾਫ ਬਿਆਨ ਦਿੰਦਾ? ਉਹ ਸਾਰੇ ਕਹਿੰਦੇ ਸੁਖਬੀਰ ਸਿੰਘ ਬਾਦਲ ਸਾਡਾ ਲੀਡਰ ਹੈ। ਆਮ ਆਦਮੀ ਪਾਰਟੀ 'ਚ ਕਿਸੇ ਇੱਕ ਨੇ ਵੀ ਭਗਵੰਤ ਮਾਨ ਦੇ ਖਿਲਾਫ ਬਿਆਨ ਦਿੱਤਾ? ਸਾਰੇ ਕਹਿੰਦੇ ਸਾਡਾ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਹੈ। ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਂ ਕੈਪਟਨ ਦੇ ਨਾਲ ਜਿਹੜੇ ਐਨ ਖੁਦ ਇੱਧਰ ਉੱਧਰ ਜਿਹੜੇ ਟੋਕਰੀਆਂ 'ਚ ਉਛਲ ਕੇ ਜਦ ਬਾਹਰ ਨਿਕਲੇ ਜਾਂ ਕਿਸੇ ਨੇ ਚੁੱਕ ਕੇ ਬਾਹਰ ਸੁੱਟ ਦਿੱਤੇ, ਉਹ ਜਿਹੜੇ ਕੈਪਟਨ ਦੇ ਮਗਰ ਗਏ, ਉਹਨਾਂ 'ਚ ਕਿਸੇ ਨੇ ਕੈਪਟਨ ਦੀ ਵਿਰੋਧਤਾ ਕੀਤੀ? ਇਕੱਲੇ ਕਾਂਗਰਸੀ ਆ ਜਿਹੜੇ ਵਿਰੋਧੀਆਂ ਨਾਲ ਲੜਨ ਦੀ ਥਾਂ ਆਪੋ 'ਚ ਲੜਦੇ ਪਏ ਆ। ਅਤੇ ਜੇ ਇੱਦਾਂ ਹੀ ਲੜਦੇ ਲੁੜਦੇ ਰਹੇ, ਰੋਂਦੇ ਘੋੜੀ ਚੜ੍ਹੇ, ਅਤੇ ਇਹ ਕਿਹੜੀ ਡੋਲੀ ਲੈ ਆਉਣਗੇ? ਇਹਨਾਂ ਦੇ ਕੋਲ ਇਹੋ ਜਿਹੀ ਹਾਲਤ, ਹੁਣੇ ਸੁਪਨੇ ਲੈਣੇ ਆ। ਪ੍ਰਤਾਪ ਸਿੰਘ ਬਾਜਵਾ ਵੀ ਲਈ ਜਾਵੇ, ਕੋਈ ਗੱਲ ਨਹੀਂ। ਫਤਿਹ ਜੰਗ ਵੀ ਲੈ ਸਕਦਾ ਕੱਲ੍ਹ ਨੂੰ। ਇੱਥੇ ਜਿੰਨੇ ਜਾਣੇ ਆ, ਇਹ ਸਾਰੇ ਦੇ ਸਾਰੇ ਹੀ ਇਸ ਵੇਲੇ ਲਾੜਿਆਂ ਦੀ ਜਾਂਝਾਂ ਸਿਰੇ ਸਾਰਿਆਂ ਨੇ ਲਾਏ ਆ। ਪਰ ਮੈਨੂੰ ਲੱਗਦਾ ਇਹ ਆ ਕਿ ਇਹ ਇਸ ਵੇਲੇ ਦੀ ਸਥਿਤੀ ਨੂੰ ਵੇਖ ਕੇ ਇਹ ਸੋਚਣਾ ਹੀ ਬੜਾ ਔਖਾ। ਜੇ ਇੰਨਾ ਹੀ ਸੌਖਾ ਕੰਮ ਹੁੰਦਾ ਤਾਂ ਚਰਨਜੀਤ ਸਿੰਘ ਚੰਨੀ ਚਮਕੌਰ ਛੱਡ ਕੇ ਤੇ ਭਦੌੜ ਨੂੰ ਦੌੜ ਕਿਉਂ ਲਾਉਂਦਾ? ਇਹ ਭਦੌੜ ਦੀ ਦੌੜ ਜਿਹੜੀ ਆ, ਇਹ ਦੱਸਦੀ ਆ ਕਿ ਉੱਥੋਂ ਚਮਕੌਰ ਸਾਹਿਬ ਦੇ ਵਿੱਚੋਂ ਜਿੱਦਾਂ ਦੇ ਹਾਲਾਤ ਸੀਗੇ, ਉਹ 'ਚੋਂ ਖੜਾ ਛਡਾਕ ਭੱਜਿਆ। ਭਦੌੜ ਜਾ ਕੇ ਕਹਿਤਾ ਜੀ ਮੈਂ ਤਾਂ ਸੁਦਾਮਾ ਬਣ ਕੇ ਆਇਆ, ਇੱਥੋਂ ਦੇ ਮਾਲਵੇ ਦੇ ਲੋਕ ਕ੍ਰਿਸ਼ਨ ਵਾਂਗੂ ਮੇਰਾ ਮਾਣ ਤਾਣ ਰੱਖਣ। ਸੁਦਾਮਾ ਤੇ ਵਿਚਾਰਾ ਗਰੀਬ ਸੀ, ਉਹਦੇ ਘਰ 'ਤੇ ਰੋਟੀ ਵੀ ਨਹੀਂ ਸੀ ਪੱਕਦੀ, ਉਹਦੇ ਉੱਤੇ ਸਾਰੀ ਉਮਰ ਕੋਈ ਦੋਸ਼ ਨਹੀਂ ਸੀ ਲੱਗਾ, ਉਹਨੇ ਕਦੇ ਕਿਸੇ ਦੇ ਪੱਠੇ ਵੀ ਨਹੀਂ ਸੀ ਵੱਢੇ। ਤੇਰੇ ਉੱਤੇ ਤੇ ਦੋਸ਼ ਹੀ ਇੰਨੇ ਲੱਗੀ ਜਾਣ ਡੇ ਆ, ਰੇਤ ਬਜਰੀ ਦੇ ਆ, ਰਿਸ਼ਤੇਦਾਰ ਤੇਰੇ ਜਿਹੜੇ ਉਹ ਕਰੋੜਾਂ 'ਚ ਖੇਡਦੇ ਆ, ਔਰ ਸਾਲੀ ਦਾ ਮੁੰਡਾ ਜਿਹੜਾ ਉਹ ਪਤਾ ਨਹੀਂ ਕਦੇ ਚਪੜਾਸੀ ਵੀ ਭਰਤੀ ਹੋਇਆ ਕਿ ਨਹੀਂ ਹੋਇਆ, ਅਤੇ ਉਹਦੀ ਗੱਡੀ ਦੇ ਉੱਤੇ MLA ਦਾ ਸਟicker ਲੱਗਾ। ਇਹ ਸਾਰਾ ਕੁਝ ਲੱਗਣ ਤੋਂ ਬਾਅਦ ਇਹ ਆਖਣਾ ਮੈਂ ਸੁਦਾਮਾ ਬਣ ਕੇ ਗਿਆ। ਸੁਦਾਮਾ ਬਣਨ ਵਾਸਤੇ ਕੁਝ ਸੁਦਾਮੇ ਵਾਲੇ ਗੁਣ ਵੀ ਚਾਹੀਦੇ ਆ, ਅਤੇ ਜੇ ਐਵੇਂ ਹੀ ਆਖੋ ਕਿ ਮੈਂ ਸੁਦਾਮਾ ਬਣ ਕੇ ਚਲਾ ਗਿਆ ਤਾਂ ਭਦੌੜ ਦੇ ਲੋਕ ਮੰਨ ਕਿੱਦਾਂ ਲੈਣਗੇ? ਨਵਜੋਤ ਸਿੰਘ ਸਿੱਧੂ ਉਹ ਵੀ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ, ਹੋਰ ਵੀ 5-7 ਬਣਾ ਲਓ, ਪਰ ਇਹ ਪਤਾ ਨਹੀਂ ਗਾ ਅੱਗੋਂ ਹਾਲਾਤ ਕਿਹੋ ਜਿਹੇ ਆ। ਅਜੇ ਵੀ ਬੜੀ ਦੂਰ ਆ। ਚੰਡੀਗੜ੍ਹ ਜਾਓਗੇ ਤੇ ਫਿਰ ਹੀ ਆਪਣਾ ਕੋਈ ਮੁੱਖ ਮੰਤਰੀ ਚੁਣੋਗੇ ਨਾ, ਪਹਿਲਾਂ ਚੰਡੀਗੜ੍ਹ ਜਾਣ ਦੀ ਤਿਆਰੀ ਕਰੋ। ਉਹ ਕਹਿੰਦੇ ਰਹਿੰਦੇ ਆ ਕਿ ਲਾੜਾ ਚਾਹੀਦਾ, ਲਾੜਾ ਚਾਹੀਦਾ। ਬਰਾਤ ਵਿੱਚ ਕਈ ਬਰਾਤੀ, ਲਾੜਾ ਇੱਕੋ ਹੀ ਹੋਣਾ। ਇਹ ਲੋਕ ਤੈਅ ਕਰਨਗੇ ਕਿ ਕਿਹੜਾ। ਇਹਨਾਂ 'ਚ ਬਰਾਤੀ ਕੋਈ ਨਹੀਂ, ਸਾਰੇ ਹੀ ਲਾੜੇ ਆ। ਗੁਰਪ੍ਰੀਤ ਕਾਂਗੜ ਨੂੰ ਪੁੱਛ ਲਓ, ਉਹ ਵੀ ਲਾੜਾ ਹੋਣਾ ਮੇਰੇ ਖਿਆਲ। ਜੀ ਪਰ ਸਾਹਿਬ, ਅਗਲੀ ਖਬਰ ਵੱਲ ਵਧਦੇ ਹਾਂ। ਕੇਂਦਰੀ ਰਾਜ ਮੰਤਰੀ ਦਾ ਇੱਕ ਬਿਆਨ ਆਇਆ, ਉਹ ਕਹਿੰਦਾ ਜੇਕਰ ਪਾਕਿਸਤਾਨ ਨੂੰ ਖੁਸ਼ੀ ਨਹੀਂ ਦੇਣੀ ਤਾਂ ਭਾਜਪਾ ਨੂੰ ਵੋਟਾਂ ਪਾਓ, ਉਹਨੂੰ ਜਿਤਾਓ। ਇਹ ਕਿਹੜੇ ਹਿਸਾਬ ਨਾਲ ਤਰਕ ਦਿੱਤਾ ਗਿਆ? ਇਹ ਫਜ਼ੂਲ ਗੱਲਾਂ ਨੇ। ਇਹ ਉਹ ਗੱਲਾਂ ਜਿਹੜੀਆਂ 2014 'ਚ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਨਰਿੰਦਰ ਮੋਦੀ ਸਾਹਿਬ ਨੇ ਆਖੀਆਂ ਸੀ। ਜੇ ਮੈਂ ਹਾਰ ਗਿਆ ਤਾਂ ਪਾਕਿਸਤਾਨ 'ਚ ਦੀਵੇ ਜਗਣਗੇ, ਦੀਪਮਾਲਾ ਹੋਵੇਗੀ। ਜੇ ਮੈਂ ਜਿੱਤ ਗਿਆ ਤਾਂ ਪਾਕਿਸਤਾਨ 'ਚ ਦੀਵੇ ਬੁੱਝਣਗੇ। ਅਤੇ ਜਦੋਂ ਇਹ ਜਿੱਤਿਆ ਤਾਂ ਸਭ ਤੋਂ ਪਹਿਲਾਂ ਚੁੱਲ੍ਹੇ ਨਿਉਂਦਾ ਇਹਨੇ, ਜਿੱਦਾਂ ਸਾਡੇ ਵਿਆਹ ਸ਼ਾਦੀਆਂ 'ਤੇ ਹੁੰਦਾ, ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦਿੱਤਾ ਸੀ ਕਿ ਮੈਂ ਅਹੁਦੇ ਦੀ ਸਹੁੰ ਚੁੱਕਣੀ ਆ। ਸ਼ਗਨਾਂ ਦਾ ਮੌਕਾ, ਇਹੋ ਜਿਹੇ ਮੌਕੇ 'ਤੇ ਸ਼ਰੀਕਾ ਭਾਈਚਾਰਾ ਚੰਗਾ ਹੁੰਦਾ, ਸਾਰਾ ਭਾਈਚਾਰਾ ਨਾਲ ਬਹਿਣਾ ਚਾਹੀਦਾ। ਗੁਆਂਢ ਮੱਥਾ ਤੂੰ ਵੀ ਆ ਜਾ। ਅਤੇ ਉਹ ਆਪਣੀ ਧੀ ਨੂੰ ਨਾਲ ਲੈ ਕੇ ਇੱਥੇ ਆ ਗਿਆ। ਜਿੰਨੇ ਚਾਅ ਕੀਤੇ ਗਏ, ਜਿੰਨੇ ਸ਼ਗਨ ਮਗਨ ਕੀਤੇ ਗਏ, ਜਿੰਨੀਆਂ ਸਾਂਝਾਂ ਬਣੀਆਂ, ਜਿੰਨੀਆਂ ਜੱਫੀਆਂ ਪਾਈਆਂ, ਲੋਕਾਂ ਨੂੰ ਚੇਤਾ ਹੀ ਭੁੱਲ ਗਿਆ ਕਿ ਮੋਦੀ ਸਾਹਿਬ ਕਹਿੰਦੇ ਸੀ ਦੀਵੇ ਬੁੱਝ ਜਾਣਾ, ਦੀਵੇ ਜਗ ਜਾਣੇ ਆ। ਉਹ ਉਲਟਾ ਹੋਇਆ ਏ ਕਿ ਦੋਵਾਂ ਦੀ ਦੋਸਤੀ ਦੇ ਦੀਵੇ ਇੱਧਰ ਵੀ ਜਗਣ ਲੱਗ ਪਏ, ਉੱਧਰ ਵੀ। ਅਤੇ ਮਹੀਨਾ ਮਸਾਂ ਇੱਕ ਲੰਘਿਆ ਸੀ, ਉਹ ਕੰਟਰੋਲ ਰੇਖਾ ਉੱਤੇ ਠਾਠ ਹੋਈ ਅਤੇ ਨੇਪਾਲ 'ਚ ਦੋਵੇਂ ਮਿਲੇ, ਅਤੇ ਇੱਕ ਜਣਾ ਬੋਲਣ ਵਾਸਤੇ ਗਿਆ ਅਤੇ ਦੂਜੇ ਨੇ ਨੀਵੀਂ ਪਾ ਲਈ। ਦੂਜਾ ਬੋਲਣ ਵਾਸਤੇ ਗਿਆ ਅਤੇ ਉਹਨੇ ਮੂੰਹ ਅੱਗੇ ਅਖਬਾਰ ਲੈ ਲਈ, ਅਤੇ ਦੋਵਾਂ ਨੇ ਨਾ ਅੱਖ ਮਿਲਾਈ ਨਾ ਹੱਥ ਮਿਲਾਇਆ। ਅਸੀਂ ਕਈ ਕਿਸਮ ਦੇ ਅਪ ਡਾਊਨ ਆਏ ਵੇਖੇ ਆ। ਹੁਣ ਇਹ ਭਾਜਪਾ ਦਾ ਇੱਕ ਲੀਡਰ ਇੱਥੇ ਆ ਕੇ ਪੰਜਾਬ ਦੇ ਲੋਕਾਂ ਨੂੰ ਇੱਦਾਂ ਦੀ ਕੌੜੀ ਗੱਲ ਕਵੇ, ਇਹ ਚੋਭ ਲਾਵੇ ਕਿ ਜੇ ਤੁਸੀਂ ਪਾਕਿਸਤਾਨ ਨੂੰ ਖੁਸ਼ੀ ਨਹੀਂ ਦੇਣੀ ਚਾਹੁੰਦੇ ਤਾਂ ਭਾਜਪਾ ਨੂੰ। ਇੱਦਾਂ ਦੀ ਟੇਪ ਤੂੰ 10 ਵਾਰੀ ਵਜਾ ਲਾ, ਅਜੇ ਤੱਕ ਦੀ ਸਥਿਤੀ ਹੈ ਕਿ ਲੋਕਾਂ ਦਾ ਮਨ ਭਾਜਪਾ ਵਾਲੇ ਪਾਸੇ ਨੂੰ ਮੁੜਦਾ ਨਹੀਂ ਪਿਆ। ਅੱਗੋਂ ਬੰਦੇ ਵੀ ਤੁਸੀਂ ਬੜੇ ਸੁਲੱਖਣੇ ਲਿਆਉਣ ਡੇ ਹੋ। ਇੱਕ ਬੀਬੀ ਤੁਸੀਂ ਲਿਆ ਕੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਵਾਸਤੇ ਉਹ ਵੀ ਲਾਤੀ ਆ, ਜਿਹਦੇ ਮਨ 'ਚ ਜਿਹਨੇ
ਦਿੱਲੀ ਦੇ ਵਿੱਚ ਜਦੋਂ ਕਿਸਾਨਾਂ ਨੇ ਪਾਰਲੀਮੈਂਟ ਦੇ ਲਾਗੇ ਕਿਸਾਨ ਸੰਸਦ ਕੀਤੀ ਤੇ ਉਸ ਬੀਬੀ ਨੂੰ ਪੱਤਰਕਾਰ ਨੇ ਪੁੱਛਿਆ ਜੀ ਇਹ ਕਿਸਾਨ ਸੰਸਦ ਕਰ ਰਿਹਾ? ਕਹਿੰਦੀ ਕਿਸਾਨ ਤਾਂ ਖੇਤਾਂ 'ਚ ਹੁੰਦੇ ਆ, ਇਹ ਤਾਂ ਮਵਾਲੀ ਨੇ। ਮਵਾਲੀ ਕੌਣ ਹੁੰਦਾ? ਮਹਾਰਾਸ਼ਟਰ ਬੋਲੀ 'ਚ ਟੁੱਚਲ ਗੁੰਡੇ ਨੂੰ ਮਵਾਲੀ ਕਹਿੰਦੇ ਆ। ਤੇ ਜਿਹੜੀ ਬੀਬੀ ਨੇ ਦਿੱਲੀ 'ਚ ਬਹਿ ਕੇ ਕਿਸਾਨਾਂ ਨੂੰ ਮਵਾਲੀ ਆਖਿਆ ਸੀ ਉਹ ਵੀ ਇਸ ਵੇਲੇ ਪੰਜਾਬ 'ਚ ਆ। ਜੇ ਤੁਸੀਂ ਇਦਾਂ ਦੇ ਲੋਕ ਲਿਆਉਣੇ ਹੋ ਤਾਂ ਕੀ ਕਰੋਗੇ? ਥੋੜ੍ਹਾ ਬਹੁਤ ਸਿਆਣੀਆਂ ਗੱਲਾਂ ਕਰੋ। ਇਹ ਉਹਨੇ ਕੇਂਦਰੀ ਮੰਤਰੀ ਨੇ ਆ ਕੇ ਜਿਹੜੀ ਭਾਸ਼ਾ ਬੋਲੀ ਇਹ ਚੰਗੀ ਨਹੀਂ। ਅੱਗੇ ਵੀ ਇੱਕ ਕੇਂਦਰੀ ਮੰਤਰੀ ਨੇ ਉੱਥੇ ਜਾ ਕੇ ਮਹਾਰਾਸ਼ਟਰ 'ਚ ਕਹਿ ਦਿੱਤਾ ਸੀ ਰਾਓ ਸਾਹਿਬ ਦਾਨਵੇ ਨੇ ਇਹ ਪਾਕਿਸਤਾਨ ਦੇ ਏਜੰਟ ਨੇ। ਇੱਦਾਂ ਦੀਆਂ ਗੱਲਾਂ ਜਿਹੜੇ ਕਰਦੇ ਸੀ, ਅੱਜ ਦੇ ਹਾਲਾਤ ਵਿੱਚ ਇਹਨਾਂ ਨੂੰ ਇਹ ਗੱਲਾਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ। ਸੋਚ ਕੇ ਗੱਲਾਂ ਕਰਨੀਆਂ ਚਾਹੀਦੀਆਂ। ਅਸੀਂ ਨਕਸ਼ੇ ਤੇ ਦੋਵਾਂ ਨੇ ਇਕੱਠਿਆਂ ਰਹਿਣਾ। ਨਾ ਪਾਕਿਸਤਾਨ ਨੂੰ ਅਸੀਂ ਧੱਕਾ ਮਾਰ ਕੇ ਪਰੇ ਘੱਲ ਸਕਦੇ ਹਾਂ, ਵਿਚਾਲੇ ਫਰਕ ਪਾ ਸਕਦੇ ਹਾਂ, ਨਾ ਅਸੀਂ ਆਪਣਾ ਮੁਲਕ ਪਾਸੇ ਲਿਜਾ ਸਕਦੇ ਹਾਂ। ਅਟਲ ਬਿਹਾਰੀ ਵਾਜਪਾਈ ਨੇ ਆਖਿਆ ਸੀ ਤੁਸੀਂ ਰਿਸ਼ਤੇਦਾਰ ਮਰਜ਼ੀ ਦੇ ਚੁਣ ਸਕਦੇ ਆ, ਗੁਆਂਢੀ ਤੁਹਾਡੀ ਮਰਜ਼ੀ ਦਾ ਨਹੀਂ ਹੁੰਦਾ। ਗੁਆਂਢੀ ਜਿਹੜਾ ਆ ਕੇ ਬਣ ਗਿਆ ਸੋ ਬਣ ਗਿਆ। ਤੇ ਜੇ ਗੁਆਂਢ ਬਣ ਗਿਆ ਉਹਦੇ ਨਾਲ ਦਿਨ ਕੱਟਣ ਵਾਸਤੇ ਕੋਈ ਰਾਹ ਕੱਟਣਾ ਪਊਗਾ। ਤੇ ਆ ਜਿਹੜੀਆਂ ਕੁੜੱਤਰਾਂ ਲੋਕਾਂ ਦੇ ਮਨ ਜਿਹੜਾ ਜ਼ਹਿਰ ਭਰਦੇ ਪਏ ਆ ਇਹ ਚੰਗਾ ਨਹੀਂ ਗਾ, ਇਹਦੇ ਤੋਂ ਪਰਹੇਜ਼ ਕਰਨਾ ਚਾਹੀਦਾ। ਪੰਜ ਸਾਹਿਬ, ਚੋਣ ਕਮਿਸ਼ਨ ਨੇ ਰਾਜਨੀਤਿਕ ਪਾਰਟੀਆਂ ਨੂੰ ਰਾਹਤ ਦਿੱਤੀ ਹੈ, ਰੈਲੀਆਂ ਕਰ ਸਕਦੇ ਆ, ਗਿਣਤੀ ਥੋੜ੍ਹੀ ਜਿਹੀ ਵਧਾਈ ਹੈ। ਸ਼੍ਰੋਮਣੀ ਅਕਾਲੀ ਦਲ ਕਈ ਚਿਰ ਤੋਂ ਕਹੀ ਜਾਂਦੇ ਸੀ ਕਿ ਪ੍ਰਚਾਰ ਕਰਨਾ ਕੰਮ ਔਖਾ ਹੋਇਆ ਪਿਆ। ਇਹ ਉੱਧਰ ਨੂੰ ਗੱਲ ਜੋੜ ਕੇ ਦੇਖਦੀ ਹੈ ਜਾਂ ਫਿਰ ਸਾਰੀਆਂ ਪਾਰਟੀਆਂ ਨੇ ਸਾਂਝਾ ਲਿਖ ਕੇ ਦੇ ਦਿੱਤਾ ਸੀ? ਨਹੀਂ, ਕੋਈ ਆਖੇ ਨਾ ਆਖੇ, ਦੇਖੋ ਥੋੜ੍ਹੀਆਂ ਬਹੁਤੀਆਂ ਢਿੱਲਾਂ ਤੇ ਚੋਣ ਕਮਿਸ਼ਨ ਦੇ ਸਕਦਾ ਜੀ, ਪਰ ਕਰੋਨਾ ਵਾਇਰਸ ਦਾ ਖਾਸ ਕਰਕੇ ਓਮਿਕਰੋਨ ਜਿਹੜਾ ਵੇਰੀਐਂਟ ਉਹਦਾ ਖਤਰਾ ਸਾਰੀ ਦੁਨੀਆ 'ਚ ਹੈ। ਇੱਥੇ ਕਿਉਂ ਨਹੀਂ? ਜੇ ਨਿਊਜ਼ੀਲੈਂਡ ਵਰਗੇ ਦੇਸ਼ ਦੀ ਪ੍ਰਧਾਨ ਮੰਤਰੀ ਆਪਣਾ ਵਿਆਹ ਜਿਹੜਾ ਉਹ ਮੁਲਤਵੀ ਕਰ ਸਕਦੀ ਹੈ ਕਿ ਮੈਂ ਜਦ ਤੱਕ ਆ ਖਤਰਾ ਵਾ ਮੈਂ ਵਿਆਹ ਨਹੀਂ ਕਰੂੰਗੀ, ਕਮਾਲ ਦੀ ਗੱਲ। ਉਹ ਅੰਦਰ ਵੜ ਕੇ ਪਰਿਵਾਰ ਦੇ 5 ਜੀਆਂ 'ਚ ਵੀ ਵਿਆਹ ਕਰ ਸਕਦੀ ਸੀ, ਪਰ ਉਹਨੇ ਕਿਉਂ ਮੁਲਤਵੀ ਕੀਤਾ? ਇਸ ਕਰਕੇ ਕਿ ਆਪਣੇ ਦੇਸ਼ ਦੇ ਲੋਕਾਂ ਸਾਹਮਣੇ ਇੱਕ ਮਿਸਾਲ ਕਾਇਮ ਕਰਨਾ ਚਾਹੁੰਦੀ ਸੀ ਵੀ ਜੇ ਮੈਂ ਕੀਤਾ ਤਾਂ ਬਾਕੀ ਸਾਰੇ ਵੀ ਇਸੇ ਖੁੱਲ੍ਹਾ ਮੰਨਣਗੇ ਜੀ। ਉਹ ਲੋਕਾਂ ਨੂੰ ਸਮਝਾਉਣ ਦਾ ਇੱਕ ਤਰੀਕਾ ਸੀ ਉਹਦਾ। ਜੇ ਉਹ ਇਹ ਕਰ ਸਕਦੀ ਹੈ ਤਾਂ ਬਾਕੀ ਥਾਵਾਂ ਦੇ ਉੱਤੇ ਵੀ ਸਮਝਣਾ ਚਾਹੀਦਾ। ਇਸ ਤਰ੍ਹਾਂ ਜੇ ਬਹੁਤੇ ਵੱਡੇ ਇਕੱਠ ਕਰਨਗੇ, ਪਿਛਲੇ ਸਾਲ ਵੱਡੇ ਇਕੱਠ ਹੋਏ ਸੀ ਪੱਛਮੀ ਬੰਗਾਲ ਦੀਆਂ ਚੋਣਾਂ 'ਚ, ਨਤੀਜਾ ਕੀ ਨਿਕਲਿਆ ਸੀ? ਸਾਰੇ ਦੇਸ਼ ਨੇ ਭੁਗਤਿਆ ਸੀ, ਉਹਨਾਂ ਵੀ ਭੁਗਤਿਆ ਸੀ। ਔਰ ਕਿਉਂਕਿ ਸਾਰੀ ਸਰਕਾਰ ਕੇਂਦਰ ਦੀ ਉੱਧਰ ਚਲੀ ਗਈ ਸੀ, ਬਾਕੀ ਰਾਜਾਂ ਵਾਲੇ ਵੀ ਮੁੱਖ ਮੰਤਰੀ ਸਾਰੇ ਉੱਥੇ ਬੰਗਾਲ 'ਚ ਪਹੁੰਚਾਤੇ ਸੀਗੇ, ਕਿਸੇ ਨੇ ਆਪੋ ਆਪਣਾ ਰਾਜ ਨਹੀਂ ਸੀ ਸੰਭਾਲਿਆ। ਅਤੇ ਨਤੀਜਾ ਇਹ ਸੀ ਕਿ ਜਿੰਨੇ ਲੋਕ ਇੱਕ ਸਾਲ 'ਚ ਮਰੇ ਸੀ ਉਹਨੇ 1 ਮਹੀਨੇ 'ਚ ਮਰ ਗਏ ਸਨ ਭਾਰਤ ਵਿੱਚ। ਲਾਸ਼ਾਂ ਦੇ ਢੇਰ ਸੀ, ਸ਼ਮਸ਼ਾਨ ਘਾਟ 'ਚ ਸੜਨ ਨੂੰ ਥਾਂ ਨਹੀਂ ਸੀ ਲੱਭਦੀ, ਦਰਿਆਵਾਂ ਦੇ ਕੰਢੇ ਸੁੱਟੀਆਂ ਲਾਸ਼ਾਂ ਨੂੰ ਕੁੱਤੇ ਖਾਂਦੇ ਸੀ ਔਰ ਘਰ ਦੇ ਜੀਅ ਚੁੱਕਣ ਨੂੰ ਤਿਆਰ ਨਹੀਂ, ਹਸਪਤਾਲਾਂ 'ਚ ਬਿਸਤਰੇ ਨਹੀਂ ਸੀ ਲੱਭਦੇ। ਦਿੱਲੀ ਦੇ ਸ਼ਮਸ਼ਾਨ ਘਾਟਾਂ ਦੇ ਬਾਹਰ 2-2 ਦਿਨ ਦੀ ਲਾਸ਼ਾਂ ਦੀ ਵੇਟਿੰਗ ਲਾਈਨ ਸੀ। ਅਸੀਂ ਗੱਡੀਆਂ ਦੀ, ਮੋਟਰਾਂ ਦੀ, ਹਵਾਈ ਜਹਾਜ਼ਾਂ ਦੀ, ਸਮੁੰਦਰੀ ਜਹਾਜ਼ਾਂ ਦੀ, ਉਹਨਾਂ ਦੀ ਵੇਟਿੰਗ ਲਾਈਨ 'ਤੇ ਵੇਖੀ ਹੈ, ਹਸਪਤਾਲਾਂ ਦੀ ਵੀ ਹੋ ਸਕਦੀ ਹੈ, ਪਰ ਸ਼ਮਸ਼ਾਨ ਘਾਟ ਦੇ ਬਾਹਰ 2-2 ਦਿਨ ਦੀ ਵੇਟਿੰਗ ਲਾਈਨ ਪਹਿਲੀ ਵਾਰ ਵੇਖੀ ਸੀ। ਬਾਹਰ ਅਰਥੀਆਂ ਰੱਖੀਆਂ ਸੀ, ਕਹਿੰਦੇ ਸੀ ਸਾਰੀਆਂ 'ਤੇ ਨੰਬਰ ਲੱਗਾ, ਵਾਰੀ ਨਾ ਆ ਕਰ ਲਓ। ਅਸੀਂ ਇਹ ਬਹੁਤ ਕੁਝ ਭੁਗਤਿਆ ਹੈ, ਇਸ ਕਰਕੇ ਸਿਆਸੀ ਪਾਰਟੀਆਂ ਨੂੰ ਸਮਝਣਾ ਚਾਹੀਦਾ। ਹੁਣ ਚੋਣ ਕਮਿਸ਼ਨ ਨੇ ਕਹਿ ਦਿੱਤਾ ਕਿ ਅਜੇ 10-12 ਦਿਨ 'ਤੇ ਉਹਨਾਂ ਨੇ ਆਖਿਆ ਰੈਲੀਆਂ ਕਰਨ ਨਹੀਂ ਦੇਣੀਆਂ। ਦੂਜਾ ਉਹਨਾਂ ਨੇ ਆਖਿਆ ਜਿਨ੍ਹਾਂ ਨੇ ਕਰਨੀਆਂ ਉਹ ਹਾਲ ਦੇ ਵਿੱਚ 1000 ਕੁ ਬੰਦੇ ਇਕੱਠੇ ਕਰ ਸਕਦੇ ਆ। ਕਪੈਸਿਟੀ ਬਾਰੇ ਵੀ ਦੱਸਦਾ ਕਿ ਇੰਨੀ ਕਪੈਸਿਟੀ ਹੋਵੇ ਤੇ ਇੰਨੇ ਬੰਦੇ ਇੰਨੀ ਕੁ। ਸਾਡੇ ਲੋਕਾਂ ਦੀ ਆਦਤ ਹੈ ਕਿ ਸਾਨੂੰ ਜੇ ਪੈਰ ਰੱਖਣ ਨੂੰ ਥਾਂ ਮਿਲ ਜਾਵੇ ਤੇ ਫਿਰ ਖਲੋਣ ਜੋਗਾ ਥਾਂ ਲੱਭਦੇ, ਖਲੋਣ ਲੱਗਾ ਲੱਭ ਜਾਵੇ ਤੇ ਫਿਰ ਅਸੀਂ ਬਹਿਣ ਜੋਗਾ ਬਣਾਉਂਦੇ, ਜੇ ਬਹਿਣ ਜੋਗਾ ਲੱਭ ਜਾਵੇ ਤੇ ਫਿਰ ਤਾਂ ਲੰਮੇ ਪੈਣ ਜੋਗਾ ਅਸੀਂ ਧੱਕੋ ਧੱਕੀ ਵੀ ਬਣਾ ਲੈਂਦੇ ਹਾਂ। ਇਹ ਜਿਹੜੀ ਥੋੜ੍ਹੀ ਜਿਹੀ ਖੋਲ੍ਹਿਆ ਨੂੰ ਵਧਾ ਕੇ ਨਹੀਂ ਵਰਤਣਾ ਚਾਹੀਦਾ। ਜੇ ਵਧਾ ਕੇ ਵਰਤਿਆ ਤੇ ਕੱਲ੍ਹ ਨੂੰ ਨੁਕਸਾਨ ਹੋ ਸਕਦਾ ਜੀ। ਦਿੱਲੀ ਤੋਂ ਖਬਰ ਹੈ ਕੁਝ ਬੁੱਧੀਜੀਵੀਆਂ ਨੇ ਇੱਕ ਫੈਸਲਾ ਦਿੱਤਾ ਤੇ ਇਹ ਵੀ ਕਿਹਾ ਕਿ ਜਿਹੜੇ ਲੋਕ ਹੈ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਤੇ ਜਿਹੜੇ ਵੋਟ ਨਹੀਂ ਪਾਉਂਦੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਪੰਨ ਸਾਹਿਬ, ਇਹ ਪਹਿਲੀ ਵਾਰ ਹੋਇਆ? ਇਹ ਬਹੁਤ ਚਿਰ ਤੋਂ ਗੱਲ ਚੱਲਦੀ ਹੈ ਜੀ। ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਵੇਲੇ ਡਿਪਟੀ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਹੁੰਦਾ ਸੀ, ਜਿਹਨੂੰ ਅੱਜ ਕੱਲ੍ਹ ਕੋਈ ਪੁੱਛਦਾ ਨਹੀਂ। ਮਾਰਗਦਰਸ਼ਕ ਮੰਡਲ 'ਚ ਬਣਾ ਕੇ ਤੇ ਪਿੱਛੇ ਬਿਠਾਇਆ ਬਾਪੂ ਨੂੰ ਜੀ। ਹੁਣ ਉਹਨੂੰ ਕੋਈ ਮਿਲਣ ਵੀ ਨਹੀਂ ਜਾਂਦਾ। ਉਦੋਂ ਉਹਦੀ ਚੜ੍ਹਤ ਸੀ, ਉਹ ਚਾਹੁੰਦਾ ਸੀ ਧੱਕੇ ਨਾਲ ਸਾਰਿਆਂ ਦੇ ਗਲ 'ਚ ਨੱਕ 'ਚ ਨੱਥ ਪਾ ਕੇ ਤੇ ਇਹਨਾਂ ਨੂੰ ਲਿਆ ਕੇ ਇਹਨਾਂ ਤੋਂ ਵੋਟਾਂ ਭੁਗਤਾਈਆਂ ਜਾਣ। ਉਹਨੇ ਇਹ ਗੱਲ ਆਖੀ ਸੀ ਕਿ ਹਿੰਦੁਸਤਾਨ ਦੀ ਡੈਮੋਕ੍ਰੇਸੀ ਵਾਸਤੇ ਜ਼ਰੂਰੀ ਹੈ ਕਿ ਹਰ ਕੋਈ ਵੋਟ ਪਾਉਣ ਵਾਸਤੇ ਜਾਵੇ ਹੀ ਜਾਵੇ, ਜਿਹੜਾ ਨਹੀਂ ਜਾਂਦਾ ਉਹਦੇ ਉੱਤੇ ਕੇਸ ਦਰਜ ਕਰ ਦਿਓ, ਜੇਲ੍ਹ ਘੱਲ ਦਿਓ। ਅਸੀਂ ਲੋਕਾਂ ਉਦੋਂ ਵੀ ਆਖਿਆ ਸੀ ਇਹ ਗਲਤ ਆ, ਤੁਸੀਂ ਕਰੋਗੇ ਅਸੀਂ ਇਹਦਾ ਵਿਰੋਧ ਕਰਾਂਗੇ। ਫਰਜ਼ ਕਰੋ ਕਿਸੇ ਥਾਂ ਦੇ ਉੱਤੇ 3, 4, 5 ਜਿੰਨੇ ਵੀ ਉਮੀਦਵਾਰ ਖੜੇ ਸਾਰੇ ਦੇ ਸਾਰੇ ਛੱਟੇ ਫੂਕੇ ਬਦਮਾਸ਼ ਹੋਣ ਤੇ ਫਿਰ ਕੋਈ ਮਜਬੂਰੀ ਅਸੀਂ ਵੋਟ ਪਾਉਣ ਜਾਈਏ? ਨਹੀਂ ਪਾਉਣ ਜਾਣਾ ਚਾਹੁੰਦੇ ਅਸੀਂ। ਉਹਨਾਂ ਦੇ ਵਿੱਚੋਂ ਗੰਦਿਆਂ 'ਚੋਂ ਇੱਕ ਗੰਦਾ ਚੁਣਨ ਵਾਸਤੇ ਜਾਈਏ? ਅਸੀਂ ਨਹੀਂ ਜਾਂਦੇ। ਜਿੱਥੇ ਕਿਸੇ ਦਾ ਮਨ ਕਰਦਾ ਵੋਟ ਪਾਵੇ, ਜਿੱਥੇ ਨਹੀਂ ਕਰਦਾ ਨਾ ਪਾਵੇ।
ਨਹੀਂ ਜਾ ਸਕਦਾ, ਨਾ ਜਾਵੇ। ਇਹ ਕੋਈ ਜ਼ਰੂਰੀ ਨਹੀਂ ਹੋਣਾ ਚਾਹੀਦਾ। ਜਿਹੜੀਆਂ ਗੱਲਾਂ ਅਜੇ ਤੱਕ ਵਿਕਸਿਤ ਦੇਸ਼ਾਂ ਨੇ ਨਹੀਂ ਕੀਤੀਆਂ, ਉਹ ਇੱਥੇ ਕੋਈ ਲੋਕ ਕਰਨਾ ਚਾਹੁੰਦੇ ਸੀ। ਅੱਜ ਕੱਲ੍ਹ ਫਿਰ ਉਹ ਉਬਾਲਾ ਮੁੜ ਕੇ ਉੱਠਦਾ ਕਿ ਲੋਕਾਂ ਨੂੰ ਕਹੋ ਉਹ ਜਾ ਕੇ ਵੋਟ ਜ਼ਰੂਰ ਪਾ ਕੇ ਆਉਣ। ਜੇ ਇਹ ਗੱਲ ਮੰਨ ਲਈ ਗਈ ਤਾਂ ਕੱਲ੍ਹ ਨੂੰ ਆਖਣਗੇ ਵੀ ਲੋਕਾਂ ਦੇ ਉੱਤੇ ਇਹ ਵੀ ਮਜਬੂਰੀ ਕਰੋ ਕਿ ਫਲਾਣੇ ਨੂੰ ਹੀ ਵੋਟ ਪਾਉਣੀ ਆ ਜੀ। ਇਹ ਪਾਬੰਦੀਆਂ ਜਿਹੜੀਆਂ ਨੇ ਇਹ ਡੈਮੋਕ੍ਰੇਸੀ ਵਿੱਚ ਨਹੀਂ ਚੱਲਣੀਆਂ ਚਾਹੀਦੀਆਂ। ਲੋਕਾਂ ਨੂੰ ਇਹ ਹੱਕ ਹੋਣਾ ਚਾਹੀਦਾ ਕਿ ਜਿੱਥੇ ਇੱਕੋ ਜਿਹੇ ਮਾੜੇ ਬੰਦੇ ਖੜੇ ਆ, ਜੇ ਉਹਨਾਂ ਨੂੰ ਕੋਈ ਬੰਦਾ ਪਸੰਦ ਨਹੀਂ, ਇਹ ਕਹਿੰਦੇ ਜੀ ਉੱਥੇ ਜਾ ਕੇ ਤੁਸੀਂ ਨੋਟਾਂ ਦਾ ਬਟਨ ਦੱਬ ਦਿਓ, ਉਹਦਾ ਫਾਇਦਾ ਕੀ ਹੋਊਗਾ? ਨੋਟਾਂ ਦਾ ਬਟਨ ਤੁਸੀਂ ਜਿੰਨੇ ਮਰਜ਼ੀ ਦੱਬ ਦਿਓ, ਉਹ ਸਿਰਫ ਗਿਣਤੀ ਆਉਣੀ ਹੈ, ਉਹਦਾ ਫਰਕ ਕੋਈ ਨਹੀਂ ਪੈਣਾ। ਪਿਛਲੀ ਵਾਰੀ ਪੰਜਾਬ ਦੇ 117 ਹਲਕਿਆਂ 'ਚੋਂ ਇੱਕ ਹਲਕਾ ਇਹੋ ਜਿਹਾ ਸੀ ਜਿੱਥੇ ਜਿੱਤਣ ਵਾਲੇ ਦਾ ਤੇ ਹਾਰਨ ਵਾਲੇ ਦਾ ਜਿੰਨਾ ਫਰਕ ਸੀ ਉਹਦੇ ਨਾਲ ਜ਼ਿਆਦੀਆਂ ਵੋਟਾਂ ਜੀ ਨੋਟਾਂ ਦੇ ਵਿੱਚ ਸੀ। ਮੇਰਾ ਖਿਆਲ, ਜੇ ਮੈਂ ਭੁੱਲਦਾ ਨਹੀਂ, ਤੇ ਉਹ ਹਲਕਾ ਗੁਰਦਾਸਪੁਰ ਜ਼ਿਲ੍ਹੇ 'ਚ ਪੈਂਦਾ ਸੀ। ਜੇ ਉਹ ਇੰਨੀਆਂ ਵੋਟਾਂ ਨੋਟਾਂ 'ਚ ਪਾ ਕੇ, ਨੋਟਾਂ ਦਾ ਮੁੱਲ ਆ ਕਿ ਜਿੰਨੇ ਉਮੀਦਵਾਰ ਆ ਉਹਨਾਂ 'ਚੋਂ ਕੋਈ ਵੀ ਮੈਨੂੰ ਪਸੰਦ ਨਹੀਂ, ਜੇ ਇੰਨੀਆਂ ਵੋਟਾਂ ਪਾ ਕੇ ਵੀ ਉਹਦਾ ਫਾਇਦਾ ਕੋਈ ਨਹੀਂ ਹੋਣਾ, ਤੇ ਲੋਕੀ ਉੱਥੇ ਜਾ ਕੇ ਲਾਈਨ 'ਚ ਲੱਗ ਕੇ ਤੇ ਧੱਕੇ ਕਿਉਂ ਖਾਣ, ਘਰ ਦੇ ਕੰਮ ਕਿਉਂ ਛੱਡਣ, ਖੇਚਲ ਕਰਕੇ ਕਿਉਂ ਜਾਣ? ਇਹ ਜਿਹੜਾ ਸਾਰਾ ਕੁਝ, ਫਿਰ ਉਹ ਕਰੋਨਾ ਵਾਇਰਸ ਦੇ ਦਿਨਾਂ ਜਾ ਕੇ ਤੇ ਭੀੜ ਵਿੱਚੋਂ ਬਿਮਾਰੀ ਸੇੜਨ ਦਾ ਖਤਰਾ ਮੁੱਲ ਕਿਉਂ ਲੈਣ? ਜੀ। ਇਹਦੇ ਨਾਲ ਬਿਹਤਰ ਇਹ ਆ ਕਿ ਲੋਕਾਂ ਨੂੰ ਇਹ ਜਿਹੜਾ ਅਧਿਕਾਰ ਆ ਕਿ ਵੋਟ ਪਾਉਣੀ ਪਾਓ, ਨਹੀਂ ਪਾਉਣੀ ਨਾ ਪਾਓ, ਤੁਹਾਡੇ ਉੱਤੇ ਕੋਈ ਤਲਵਾਰ ਨਹੀਂ ਧਰੀ, ਇਹ ਖੁੱਲ੍ਹਾ ਰਹਿਣ ਦੇਣਾ ਚਾਹੀਦਾ। ਉਹਨਾਂ ਦੀ ਮਰਜ਼ੀ ਤੇ ਛੱਡ ਦਿਓ, ਜੋ ਚਾਹਣ ਤੇ ਪਾਉਣ, ਨਾ ਚਾਹਣ ਤੇ ਨਾ ਪਾਉਣ। ਉਹ ਵੋਟ ਦਾ ਅਧਿਕਾਰ ਹੈ, ਸਾਰਿਆਂ ਨੂੰ ਵਰਤਣਾ ਚਾਹੀਦਾ। ਪਰ ਪੰਨੂ ਸਾਹਿਬ, ਬਹੁਤ ਧੰਨਵਾਦ ਤੁਹਾਡਾ, ਖਬਰਾਂ 'ਤੇ ਤੁਸੀਂ ਚਰਚਾ ਕੀਤੀ। ਜੀ ਮਿਹਰਬਾਨੀ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।